ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਸਾਡਾ ਮਹਾਨ ਸ਼ਹੀਦੀ ਦਿਵਸ ਹੈ ਤੇ 1984 ਦੇ ਵਿੱਚ ਸਿੱਖ ਕੌਮ ਦਾ ਪਹਿਲਾ ਆਜ਼ਾਦੀ ਦਾ ਜੰਗ ਸ਼ੁਰੂ ਹੋਇਆ ਸੀ ਜਦੋਂ ਇੰਦਰਾ ਗਾਂਧੀ ਨੇ ਤੇ ਇਸ ਦੀਆਂ ਸਾਥੀ ਪਾਰਟੀਆਂ ਨੇ ਸੋਵੀਅਤ ਰੂਸ ਤੇ ਬਰਤਾਨੀਆ ਦੀ ਫੌਜ ਤੇ ਆਪਣੀ ਹਿੰਦ ਦੀ ਫੌਜ ਮਿਲਾ ਕੇ 3 ਪਰਮਾਣੂ ਹਥਿਆਰਾਂ ਨਾਲ ਲਾਂਸ ਫੌਜਾਂ ਨਾਲ ਸਟੇਟਲੈਸ ਸਿੱਖਸ ਦੇ ਉੱਤੇ ਹਮਲਾ ਕੀਤਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ, ਜਨਰਲ ਸ਼ਬੇਗ ਸਿੰਘ ਨੇ, ਭਾਈ ਅਮਰੀਕ ਸਿੰਘ ਨੇ, ਬਾਬਾ ਠਾਰਾ ਸਿੰਘ ਨੇ ਤੇ ਸਾਰੇ ਟਕਸਾਲੀ ਫੈਡਰੇਸ਼ਨ ਜਿੰਨੇ ਵੀ ਉੱਥੇ ਸਿੰਘ ਦਰਬਾਰ ਸਾਹਿਬ ਦੀ ਰੱਖਿਆ ਲਈ ਆਏ ਸੀ, ਬੱਬਰ ਵੀ ਸੀਗੇ, ਸਾਰੇ ਸੀਗੇ। 72 ਘੰਟੇ ਇਹ ਦੁਨੀਆ ਦੀਆਂ 3 ਵੱਡੀਆਂ ਫੌਜਾਂ 72 ਘੰਟੇ ਅੰਦਰ ਨਹੀਂ ਵੜਨ ਦਿੱਤੀਆਂ। ਟੈਂਕਾਂ ਦੇ ਨਾਲ ਲੜਾਈ ਵੀ ਹੋਈ, ਤੋਪਾਂ ਦੇ ਨਾਲ ਵੀ ਹੋਈ, ਹੈਲੀਕਾਪਟਰ ਗਨਸ਼ਿਪਸ ਦੇ ਨਾਲ ਵੀ ਹੋਈ, ਪਰ ਕਿਸੇ ਨੇ ਵੀ ਹੱਥ ਉੱਚੇ ਨਹੀਂ ਕੀਤੇ ਹੈ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਖਰੀ ਆਪਣੇ ਅਕਾਲ ਤਖਤ ਸਾਹਿਬ ਦੇ ਬੰਕਰ ਚੋਂ ਨਿਕਲ ਕੇ ਜਿਹੜੇ 2 ਨਿਸ਼ਾਨ ਸਾਹਿਬ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਵਿਚਾਲੇ ਵਿਰਾਜਮਾਨ ਹਨ, ਉੱਥੇ ਜਾ ਕੇ ਸੰਤ ਜਰਨੈਲ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਹੋਈਆਂ ਸੀ। ਪਾਕਿਸਤਾਨ ਦਾ ਲਖਾਰੀ ਚੀਮਾ ਸਾਹਿਬ ਕਹਿੰਦਾ ਕਿ ਸਾਡਾ ਜਰਨੈਲ ਨਾਜ਼ੀ ਪਾਕਿਸਤਾਨ ਦਾ, ਜਿਹਨੇ ਬੰਗਲਾਦੇਸ਼ ਦੇ ਵਿੱਚ ਪਾਕਿਸਤਾਨ ਦਾ ਜਰਨੈਲ ਸੀ, ਉਸਨੇ 90,000 ਪਾਕਿਸਤਾਨੀ ਫੌਜੀ ਜਨਰਲ ਜਗਜੀਤ ਸਿੰਘ ਅਰੋੜੇ ਦੇ ਹਵਾਲੇ ਕਰਤੇ, ਜਿਹੜਾ ਇੰਡੀਅਨ ਕਮਾਂਡਰ ਸੀਗਾ। ਤੇ ਚੀਮਾ ਲਖਾਰੀ ਕਹਿੰਦਾ ਕਿ ਜੇ ਸਾਡੇ ਜਰਨੈਲ ਨਾਜ਼ੀ ਦੇ ਚੀਚੀ ਦੇ ਉੱਤੇ ਥੋੜਾ ਜਿਹਾ ਖੂਨ ਨਿਕਲ ਆਉਂਦਾ ਤਾਂ ਅਸੀਂ ਸਮਝਦੇ ਸਾਡਾ ਜਰਨੈਲ ਲੜਿਆ ਹਿੰਦੁਸਤਾਨ ਦੇ ਖਿਲਾਫ। ਪਰ ਚੀਮਾ ਸਾਹਿਬ ਕਹਿੰਦੇ ਜਰਨੈਲਾਂ ਚੋਂ ਜਰਨੈਲ ਇੱਕੋ ਹੀ ਹੈ, ਉਹ ਹੈ ਜਰਨੈਲ ਸਿੰਘ ਭਿੰਡਰਾਂਵਾਲਾ। ਜਿਹਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਤਾਂ ਜਾ ਕੇ ਸ਼ਹਾਦਤ ਪਾਈ। ਸੋ ਸਾਧ ਸੰਗਤ ਜੀ, ਸਾਡੀ ਪਾਰਟੀ ਬੰਦੀਆਂ ਨੂੰ ਛਡਾਉਣ ਦੇ ਲਈ ਅੱਜ 336 ਦਿਨ ਹੋ ਗਏ ਆ ਮੋਰਚੇ ਬਰਗਾੜੀ ਦੇ ਵਿੱਚ। ਮੇਰੇ ਕੋਲੇ ਕੈਦੀਆਂ ਦਾ ਸਵਾਲ ਲੈ ਕੇ ਸਰਦਾਰ ਸੁਖਬੀਰ ਸਿੰਘ, SGPC ਦੇ ਪ੍ਰਧਾਨ ਧਾਮੀ ਸਾਹਿਬ, ਚੰਦੂ ਮਾਜਰਾ ਸਾਹਿਬ, ਬਠਿੰਡੇ ਤੋਂ ਭੁੰਦੜ ਸਾਹਿਬ ਆਏ ਸੀਗੇ। ਉਹਨਾਂ ਨੇ ਕਿਹਾ ਕਿ ਬੰਦੀਆਂ ਦਾ ਕੈਂਡੀਡੇਟ ਖੜਾ ਕਰੀਏ। ਮੈਂ ਕਿਹਾ ਕਿ ਤੁਸੀਂ ਸਲਾਹ ਲੈ ਕੇ ਆਏ ਹੋ ਤਾਂ ਆਰਡਰ ਦੇ ਕੇ ਆਏ ਹੋ।
ਸਾਡੀ ਪਾਰਟੀ ਨੇ ਮੇਰਾ ਨਾਂ ਐਲਾਨ ਕਰ ਦਿੱਤਾ ਹੈ। ਪਾਰਟੀ ਤੋਂ ਮੈਂ ਪਿੱਛੇ ਹਟ ਨਹੀਂ ਸਕਦਾ। ਉਸ ਤੋਂ ਬਾਅਦ SCPC ਦੇ ਪ੍ਰਧਾਨ ਨੇ ਸੁਖਬੀਰ ਸਿੰਘ ਨੇ, ਚੰਦੂ ਮਾਜਰਾ ਨੇ, ਭੁੰਦੜ ਨੇ ਸੰਗਰੂਰ ਦੇ ਵਿੱਚ ਕੋਈ ਬੰਦੀ ਸਿੰਘ ਖੜਾ ਨਹੀਂ ਕੀਤਾ ਹੈਗਾ। ਇਹ ਬੰਦੀ ਸਿੰਘਾਂ ਦੀ ਗੱਲ ਕਰਦੇ ਹੈ। ਇਸ ਕਰਕੇ ਸਾਡੀ ਪਾਰਟੀ ਕਹਿੰਦੀ ਹੈ ਕਿ ਜਿਹੜੀ SCPC ਦੀ ਪ੍ਰਧਾਨਗੀ ਹੈ, ਧਾਮੀ ਸਾਹਿਬ ਤੁਸੀਂ ਇਹਨੂੰ ਛੱਡ ਕੇ ਹਵਾੜਾ ਸਾਹਿਬ ਨੂੰ, ਭੁੱਲਰ ਨੂੰ SCPC ਦਾ ਪ੍ਰਧਾਨ ਬਣਾਓ। ਅਕਾਲ ਤਖਤ ਦਾ ਜਥੇਦਾਰ ਹਵਾੜਾ ਸਾਹਿਬ ਬਣਾਓ, ਜਿਹੜਾ ਸਰਬੱਤ ਖਾਲਸੇ ਦੇ ਵਿੱਚ ਐਲਾਨ ਹੋ ਗਿਆ ਸੀ। ਔਰ ਦਮਦਮੀ ਟਕਸਾਲ ਦਾ ਪ੍ਰਧਾਨ ਆਪਣਾ ਲਾਹੌਰੀਆ ਸਾਹਿਬ, ਜਿਹੜਾ 30 ਸਾਲ ਜੇਲ੍ਹ ਕੱਟ ਕੇ ਆਇਆ, ਉਸ ਨੂੰ ਦਮਦਮੀ ਸਾਲ ਦਾ ਜਥੇਦਾਰ ਬਣਾਇਆ ਜਾਵੇ। ਹੁਣ ਪਿੱਛੇ ਨਾ ਹਟਿਓ। ਧੁੰਮਾ ਸਾਹਿਬ, ਸੁਖਬੀਰ ਸਿੰਘ ਜੀ, ਧਾਮੀ ਸਾਹਿਬ ਜੀ, ਚੰਦੂ ਮਾਜਰਾ ਜੀ, ਭੁੰਦੜ ਸਾਹਿਬ, ਤੁਸੀਂ ਬੰਦੀਆਂ ਦੀ ਗੱਲ ਕਰਨ ਆਏ ਹੋ। ਹੁਣ ਜਿਹੜੀ ਕੌਮ ਦੀ ਆਵਾਜ਼ ਹੈ ਕਿ ਬੰਦੀਆਂ ਨੂੰ SCPC, ਦਮਦਮੀ ਟਕਸਾਲ ਤਖਤ ਦਾ ਜਥੇਦਾਰ ਬਣਾਇਆ ਜਾਵੇ, ਇਸ ਨੂੰ ਪੂਰਾ ਕਰੋ। ਜੋ ਕਰਕੇ ਤੁਸੀਂ ਨਜਾਇਜ਼ SCPC ਤੇ ਬੈਠੇ ਹੋ। ਇਹਦੀ ਮਿਆਦ 5 ਸਾਲ ਹੁੰਦੀ ਹੈ, ਪਰ 11 ਸਾਲ ਤੋਂ SCPC ਦੇ ਇਲੈਕਸ਼ਨ ਨਹੀਂ ਹੋ ਰਹੇ। ਤੁਸੀਂ ਸਾਰਿਆਂ ਨੇ ਨਜਾਇਜ਼ ਕਬਜ਼ੇ ਕੀਤੇ ਹੈ, ਹੇਰਾ ਫੇਰੀਆਂ ਹੋਈਆਂ। ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ। ਨਾਲ ਦੇ ਪਿੰਡ 2 ਸਿੰਘ ਸ਼ਹੀਦ ਕਰਵਾਏ ਹੈ, ਸੈਣੀ ਤੋਂ ਤੇ ਰਾਮ ਰਹੀਮ ਨੂੰ। ਔਰ ਕੋਟ ਕਪੂਰੇ ਤੁਸੀਂ ਗੋਲੀਆਂ ਤੇ ਲਾਠੀ ਚਾਰਜ ਕਰਾਏ ਹੈ। ਉੱਥੇ ਬੈਠੇ ਸਿੱਖਾਂ ਨੂੰ 328 ਸਰੂਪ ਮਹਾਰਾਜ ਦੇ ਤੁਸੀਂ ਪਤਾ ਨਹੀਂ ਚਰਵਾ ਦਿੱਤੇ ਹੈ ਜਾਂ ਨਿਰੰਕਾਰੀਆਂ ਨੂੰ ਦੇ ਦਿੱਤੇ ਹੈ, ਜਾਂ ਤੁਸੀਂ ਨਾਗਪੁਰ RSS ਨੂੰ ਦੇਤੇ ਹੈ। ਇਹ ਸਿੱਖ ਕੌਮ ਤੋਂ ਸਫਾਈ ਚਾਹੁੰਦੀ ਹੈ ਕਿ ਕਿੱਥੇ ਨੇ ਸਾਰੇ ਸਰੂਪ। ਜਿਹੜਾ ਕੰਮ ਆਰੰਭ ਕਰੀਏ, ਧਾਮੀ ਸਾਹਿਬ, ਬਾਦਲ ਸਾਹਿਬ, ਉਸ ਨੂੰ ਸਮਾਪਤ ਕਰਨਾ ਪੈਂਦਾ ਹੈ। ਅੱਜ ਕੌਮ ਨੇ ਕਹਿਤਾ ਕਿ ਭੁੱਲਰ SCPC ਦਾ ਪ੍ਰਧਾਨ ਬਣੇ, ਹਵਾੜਾ ਅਕਾਲ ਤਖਤ ਦਾ ਪ੍ਰਧਾਨ ਬਣੇ, ਲੋਹਾਰੀਆ ਸਾਹਿਬ ਦਮਦਮੀ ਸਾਹਿਬ ਦਾ ਜਥੇਦਾਰ ਬਣੇ, ਟਕਸਾਲ ਦਾ ਜਥੇਦਾਰ ਬਣੇ। ਸੋ ਇੰਨੀਆਂ ਗੱਲਾਂ ਮੈਂ ਕੀਤੀਆਂ। ਸਿੱਖ ਕੌਮ ਖਾਲਿਸਤਾਨ ਅਮਨ ਪਸੰਦ ਤਰੀਕੇ ਦੇ ਨਾਲ ਜਮਹੂਰੀਅਤ ਢਾਂਚੇ 'ਚ ਰਹਿ ਕੇ ਕਰਨਾ ਚਾਹੁੰਦੀ ਹੈ। ਤੇ ਮੈਂ ਸਾਰੀ ਅਪੀਲ ਕਰਦਾ ਕਿ ਮੈਨੂੰ ਕੈਂਡੀਡੇਟ ਸੰਗਰੂਰ ਤੋਂ ਚੁਣਿਆ ਗਿਆ। ਜੇ ਮੇਰੀ ਸਫਲਤਾ ਹੁੰਦੀ ਹੈ ਤਾਂ ਫਿਰ ਪੰਜਾਬ ਤੇ ਕੌਮ ਦੀ ਸਫਲਤਾ ਹੋਊਗੀ। ਦਿੱਲੀ ਜਿਸ ਨੇ ਜ਼ਬਰ ਕੀਤੇ ਹੈ ਉਹਦੀ ਹੋਊਗੀ ਹਾਰ। ਸੋ ਸੰਗਰੂਰ ਦੇ ਮੈਦਾਨ ਦੇ ਉੱਤੇ ਕੱਸ ਕੇ ਉੱਥੇ ਸਾਰੇ ਜਾਣੇ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਮਾਈ ਸਾਹਿਬ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਨੇ ਹੁੰਗਾਰਾ ਨਹੀਂ ਸੀ ਦਿੱਤਾ।
ਤਾਂ ਕੀ ਤੁਹਾਨੂੰ ਲੱਗਦਾ ਇਸ ਲੋਕ ਸਭਾ ਚੋਣਾਂ ਦੇ ਵਿੱਚ ਸਿੱਖ ਕੌਮ ਤੁਹਾਡੇ ਨਾਲ ਖਲੋਵੇਗੀ? ਇਹ ਤਾਂ ਤੁਸੀਂ ਲਿਆਉਣੀ ਹੈ ਸਿੱਖ ਕੌਮ ਨੂੰ ਹੱਥ ਦੇ ਵਿੱਚ, ਤਾਂ ਡੋਡੇ ਤੁਸੀਂ ਪੜੇ ਹੋਏ ਆ ਕਿ ਮੈਂ ਪੜੇ ਹੋਏ ਆ? ਹਾਂ। ਤੇ ਕੀ ਲੱਗਦਾ ਹੈ ਜਿਹੜੀ ਭੁੱਲ ਕੀਤੀ ਆ ਵਿਧਾਨ ਸਭਾ ਚੋਣਾਂ 'ਚੋਂ ਇਸ ਵਾਰ ਲੋਕ ਸਭਾ ਚੋਣਾਂ 'ਚ ਪੂਰੀ ਹੋ ਜੂਗੀ? ਕਿਹੜੀ ਭੁੱਲ ਕੀਤੀ ਹੈ? ਲੋਕਾਂ ਨੇ ਜਿਹੜੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਅੱਗੇ ਆਉਣਾ ਚਾਹੀਦਾ, ਸਾਰੀ ਸਿੱਖ ਸੰਗਤ ਮੰਗ ਕਰਦੀ ਸੀ। ਲੋਕਾਂ ਨੇ ਭੁੱਲ ਨਹੀਂ ਕੀਤੀ। EVM ਮਸ਼ੀਨ RSS ਦੇ ਹੱਥ ਦੇ ਵਿੱਚ ਹੈ। RSS ਦੀ ਸੈਂਟਰ ਦੀ ਸਰਕਾਰ ਹੈ ਤੇ RSS ਨੇ ਆਮ ਪਾਰਟੀ ਦੀ ਜਿੱਤ ਕਰਾਈ ਹੈ EVM ਮਸ਼ੀਨਾਂ ਦੇ ਰਾਹੀਂ। ਤਦੇ ਕਤਲ ਹੋ ਰਹੇ ਹੈ, ਲਾਅ ਐਂਡ ਆਰਡਰ ਬਿਲਕੁਲ ਖਰਾਬ ਹੋ ਗਿਆ ਹੈ। ਮੂਸੇਵਾਲ ਸਾਹਿਬ ਨੂੰ ਮਾਰਿਆ ਗਿਆ ਹੈ, ਸੰਦੀਪ ਸਿੰਘ ਸਿੱਧੂ ਨੂੰ ਮਾਰਿਆ ਗਿਆ, ਸ਼ਹੀਦ ਕੀਤਾ ਗਿਆ ਹੈ। ਅਸੀਂ ਮੰਗਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੀ ਤਫਤੀਸ਼ ਮੂਸੇਵਾਲ ਤੇ ਸਿੱਧੂ ਦੀ ਹੋਵੇ, ਜਿਵੇਂ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੀ ਦੀ ਕਤਲ ਦੀ ਤਫਤੀਸ਼ UN ਨੇ ਕੀਤੀ ਸੀ। ਨਾਲ ਦੇ ਮੁਲਕ ਬੇਨਜ਼ਾਰ ਭੁੱਟੋ ਦੇ ਕਤਲ ਦੀ ਕੇਸ ਦੀ ਤਫਤੀਸ਼ UN ਨੇ ਕੀਤੀ ਸੀ। ਸਾਨੂੰ ਹਿੰਦ ਦੀ ਸਰਕਾਰ ਦੇ ਉੱਤੇ ਭਰੋਸਾ ਨਹੀਂ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ UN ਮੂਸੇਵਾਲ ਤੇ ਸਿੱਧੂ ਸਾਹਿਬ ਦੀ ਤਫਤੀਸ਼ ਕਰੇ। ਰਾਜੋਆਣੇ ਜੀ ਦੀ ਬੀਤੇ ਕੱਲ ਭੈਣ ਆਉਂਦੇ ਨੇ, ਕਹਿੰਦੇ ਨੇ ਕਿ ਮੈਂ ਮਾਨ ਸਾਹਿਬ ਨਾਲ ਗੱਲ ਕਰਦੀ ਹਾਂ ਕਿ ਅਸੀਂ ਇਕੱਠੇ ਰਲ ਕੇ ਸਹਿਮਤੀ ਦੇ ਨਾਲ ਇੱਕ ਬੰਦਾ ਖੜਾ ਹੋ ਕੇ ਅਸੀਂ ਜਿੱਤ ਸਕਦੇ। ਉਹਨਾਂ ਦੇ ਵਿੱਚੋਂ ਜਿੰਨੇ ਕੈਦ ਜ਼ਿਆਦਾ ਕੱਟੀ ਹੈ ਜੀ ਬੀਬੀ ਜੀ ਉਹਦਾ ਫੈਸਲਾ ਕਰ ਲੈਣ ਕਿ ਤੁਸੀਂ ਜ਼ਿਆਦਾ ਕੱਟੀ ਹੈ ਕਿ ਜਿਹਦਾ ਨਾਂ ਲੈਂਦੇ ਉਹਨੇ ਜ਼ਿਆਦਾ ਕੈਦ ਕੱਟੀ ਹੈ। ਸਵਾਲ ਹੈਗਾ ਕੈਦੀਆਂ ਦਾ। CM ਭਗਵੰਤ ਮਾਨ ਕੱਲ੍ਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮਿਲਣ ਆਏ ਆ। ਪਹਿਲਾਂ ਸਿਕਿਉਰਿਟੀ ਵਾਪਸ ਕੀਤੀ ਜਾਂਦੀ ਆ, ਫਿਰ ਸਿਕਿਉਰਿਟੀ ਬਹਾਲ ਕੀਤੀ ਜਾਂਦੀ ਆ, ਕਿਵੇਂ ਵੇਖਦੇ? ਮਾਨ ਸਾਹਿਬ ਦੇ ਫੈਸਲੇ ਨੂੰ ਕਿੱਦਾਂ ਵੇਖ ਰਹੇ ਹੋ? ਰਾਤ ਨੂੰ ਫੈਸਲਾ ਹੋ ਰਿਹਾ ਤਾਂ ਦਿਨੇ ਫੈਸਲਾ ਹੋ ਰਿਹਾ। ਜੀ ਯੂ ਟਰਨ ਵਾਜਦਾ ਇੱਕੋ ਦਮ। ਇਹ ਤੁਹਾਡੀ ਚੁਣੀ ਹੋਈ ਸਰਕਾਰ ਹੈ, ਇਹ ਥੁੱਕ ਕੇ ਚੱਟੀ ਜਾਂਦੇ ਆ। ਹੋਰ ਮੈਂ ਕੀ ਕਹਿ ਸਕਦਾ? ਕੇਂਦਰ ਸਰਕਾਰ ਬੇਸ਼ਰਮ ਲੋਕ ਹੈ। ਮਾਨ ਸਾਹਿਬ ਜੇ ਗੱਲ ਕਰੀਏ, ਦੀਪ ਸਿੱਧੂ ਨੇ ਤੁਹਾਡੀ ਸਪੋਰਟ ਕੀਤੀ, ਸਿੱਧੂ ਮੂਸੇਵਾਲੇ ਨੇ ਸਪੋਰਟ ਕੀਤੀ ਆ। ਜਿਹੜਾ ਵੀ ਵਿਅਕਤੀ ਤੁਹਾਡੀ ਸਪੋਰਟ ਦੇ ਵਿੱਚ ਉਤਰਦਾ ਹੈ ਤਾਂ ਉਹਦੇ ਤੇ ਇਸੇ ਤਰੀਕੇ ਨਾਲ ਹਮਲਾ ਹੋ ਜਾਂਦਾ, ਕਿਵੇਂ ਵੇਖਦੇ ਹੋ? ਕਿਤੇ ਨਾ ਕਿਤੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਤੂੰ ਨਾ ਮੇਰੀ ਸਪੋਰਟ ਕਰੀ, ਤੈਨੂੰ ਵੀ ਠੋਕ ਦੇਣਗੇ। ਠੀਕ ਹੈ ਜੀ। ਲਿਆਕਤ ਵਾਲਾ ਸਵਾਲ ਪੁੱਛੋ ਯਾਰ, ਕੋਈ ਲਿਆਕਤ। ਮਾਨ ਸਾਹਿਬ ਜਿਹੜੀ ਸਿਕਿਉਰਿਟੀ ਦਿੱਤੀ ਗਈ ਕੇਂਦਰ ਸਰਕਾਰ ਨੂੰ, ਹੈਂ? ਜਿਹੜੀ ਸਿਕਿਉਰਿਟੀ ਦਿੱਤੀ ਗਈ ਆ ਤੁਸੀਂ ਕਹੋ ਪਾਰਲੀਮੈਂਟ ਜਾ ਕੇ ਕੀ ਕਰੋਗੇ? ਉਹਨੂੰ ਤੁਸੀਂ ਕਿੱਦਾਂ ਲੱਗਦਾ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਕਿਉਂਕਿ ਜਿਹੜੇ ਸਥਾਨ ਦੇ ਉੱਪਰ ਬੈਠੇ ਹੋਏ ਸਿੱਖ ਨੂੰ ਸਟੇਟ ਬਲੂ ਸਟਾਰ ਤੋਂ ਬਾਅਦ ਕਿਸੇ ਸਿੱਖ ਨੂੰ ਸਟੇਟ ਦੀ ਸਿਕਿਉਰਿਟੀ ਨਹੀਂ ਲੈਣੀ ਚਾਹੀਦੀ। ਕੱਲ ਮੈਨੂੰ ਸਿਕਿਉਰਿਟੀ ਮਿਲਦੀ ਸੀ, ਮੈਂ ਕਿਹਾ ਕਿ ਮੈਨੂੰ ਮੌਤ ਕਬੂਲ ਹੈ ਪਰ ਇੰਡੀਅਨ ਸਟੇਟ ਦੀ ਸਿਕਿਉਰਿਟੀ ਮੈਂ ਨਹੀਂ ਲੈਣੀ ਹੈ। ਸਾਡੇ ਲਈ ਸਿੱਖਾਂ ਲਈ ਜ਼ਹਿਰ ਹੈ ਹਿੰਦ ਸਟੇਟ ਦੀ ਸਿਕਿਉਰਿਟੀ ਲੈਣੀ। ਪਾਰਲੀਮੈਂਟ ਜਾ ਕੇ ਕੀ ਕਰੋਗੇ? ਮਾਨ ਸਾਹਿਬ ਪਾਰਲੀਮੈਂਟ ਜੇ ਤੁਹਾਨੂੰ ਸੰਗਰੂਰ ਲੋਕ ਹਲਕੇ ਦੇ ਲੋਕ ਫਤਵਾ ਦਿੰਦੇ ਆ ਤਾਂ ਪਾਰਲੀਮੈਂਟ ਜਾ ਕੇ ਕੀ ਕਰੋਗੇ ਸਿੱਖ ਕੌਮ ਵਾਸਤੇ ਜਾਂ ਪੰਜਾਬ ਵਾਸਤੇ? ਸਾਰਾ ਕੁਝ ਕਰੂੰਗਾ ਜਿਹੜਾ ਸਾਡਾ ਏਜੰਡੇ ਦੇ ਉੱਤੇ ਹੈ। ਤੇ ਹੁਣ ਤੇ ਜੇ ਦੀ ਗੱਲ ਨਾ ਕਰੋ, ਸੰਗਰੂਰ ਦੀ ਸੰਗਤ ਨੇ ਮੈਨੂੰ ਸਪੋਰਟ ਦੇ ਦਿੱਤੀ ਹੈ। ਜੀ ਜੇ ਗੱਲ ਕਰੋ ਬੰਦੀ ਸਿੰਘਾਂ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਵੀ ਚੁੱਕੇ ਜਾਣਗੇ ਜੀ? ਬਾਰਡਰ ਖੋਲ੍ਹਿਆ ਜਾਊਗਾ, ਜ਼ਿਮੀਂਦਾਰਾਂ ਦੀਆਂ ਜਿਨਸਾਂ, ਲਾਲੇ ਬਾਣੀਆਂ ਦਾ ਵਪਾਰ ਬਾਰਡਰ ਤੋਂ ਟੱਪੂਗਾ, ਪੰਜਾਬ ਦੇ ਵਿੱਚ ਖੁਸ਼ਹਾਲੀ ਆਊਗੀ, ਜ਼ਿਮੀਂਦਾਰਾਂ ਤੇ ਕਿਸਾਨ ਮਜ਼ਦੂਰਾਂ ਦੇ ਕਰਜ਼ੇ ਖਤਮ ਹੋ ਜਾਣਗੇ, ਪਾਣੀਆਂ ਦਾ ਮਸਲਾ ਚੱਕਾਂਗੇ ਔਰ ਪੰਜਾਬੀ ਬੋਲਦੇ ਇਲਾਕੇ ਹਿਮਾਚਲ, ਹਰਿਆਣੇ, ਚੰਡੀਗੜ੍ਹ 'ਚ ਜਿਹੜੇ ਰਹਿ ਗਏ ਹੈ, ਰਾਜਸਥਾਨ 'ਚ, ਉਹ ਵਾਪਸ ਲਵਾਂਗੇ। ਔਰ ਅਸੀਂ ਮੋਦੀ ਨੂੰ ਕਹਾਂਗੇ ਕਿ ਜਦੋਂ ਵੀ ਹਿੰਦੂਤਵਾਦੀ ਸਰਕਾਰ ਆਉਂਦੀ ਹੈ, ਚੀਨ ਤੁਹਾਡੇ ਉੱਤੇ ਭਾਰੀ ਹੋ ਜਾਂਦੀ ਹੈ।
2020 ਦੇ ਵਿੱਚ ਮੋਦੀ ਦੀ ਸਰਕਾਰ ਤੇ ਇੰਡੀਆ ਫੌਜ ਨੇ 900 ਕਿਲੋਮੀਟਰ ਧਰਤੀ ਲਦਾਖ ਦੀ ਚੀਨ ਨੂੰ ਲਟਾਤੀ ਹੈ, ਜਿਹੜੀ ਸ਼ਰਮ ਦੀ ਗੱਲ ਹੈ। ਮਾਨ ਸਾਹਿਬ ਦੀ ਗੱਲ ਕਰੀਏ, ਕਾਂਗਰਸ ਦੇ ਕਾਫੀ ਵਿਧਾਇਕ ਸਾਬਕਾ ਮੰਤਰੀ ਜਿਹੜੇ ਬੀਜੇਪੀ ਭਾਜਪਾ ਚ ਸ਼ਾਮਲ ਹੋ ਰਹੇ, ਕਿਵੇਂ ਵੇਖਦੇ ਹੋ ਤੁਸੀਂ ਜੀ? ਇਸੇ ਬੀਜੇਪੀ ਨੂੰ ਕਿਸਾਨੀ ਮੋਰਚੇ ਵੇਲੇ ਮਾੜਾ ਚੰਗਾ ਬੋਲਦੇ ਸੀਗੇ। ਹੁਣ ਉਮੀਦਵਾਰ ਵੀ ਜਿਹੜਾ ਸੰਗਰੂਰ ਹਲਕੇ ਦਾ ਐਲਾਨ ਦਿੱਤਾ ਹੈ ਜੀ। ਇਹ ਦੇਖੋ, ਇਹ ਬੰਦੇ ਨਹੀਂ ਤਦੇ ਅਸੀਂ ਕਦੇ ਕਾਂਗਰਸ 'ਚ ਗਏ ਨਹੀਂ ਹੈ। ਜੇ ਆਪਾਂ ਬੰਦੇ ਹੈ ਜਾਂ ਮਾਈ ਭਾਗੋ ਹੈ ਤੇ ਫਿਰ ਉਹਨਾਂ ਦੇ ਲਈ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ। ਜਿਵੇਂ ਆ ਬੀਬੀ ਇੱਥੇ ਚੱਠਾ ਖੜੀ ਹੈ ਜੀ ਸਿੱਧੇ ਰਹੋ ਮੇਰੇ ਵੀਰ, ਸਿੱਧੇ ਰਹਿ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੂ ਸਟਾਰ ਦੇ ਮਹਾਨ ਸ਼ਹੀਦਾਂ ਦੀ ਅੱਜ ਆਪਾਂ 38ਵਾਂ ਸ਼ਹੀਦੀ ਸਮਾਗਮ ਮਨਾਇਆ, ਔਰ ਜਿਹਦੇ ਵਿੱਚ ਸਮੁੱਚੇ ਪੰਥ ਨੇ, ਮੈਂ ਸਮਝਦਾ, ਔਰ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਜਿਸ ਇੱਕ ਸੁਰਤਾ ਦਾ ਸਬੂਤ ਦਿੱਤਾ। ਜੇ ਆਪਾਂ ਇਸੇ ਇੱਕ ਸੁਰਤਾ ਦੇ ਨਾਲ ਧਰਮ ਨੂੰ ਵੀ ਗ੍ਰਹਿਣ ਕਰਕੇ ਫਿਰ ਮੈਂ ਸਮਝਦਾ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ। ਔਰ ਸਿੰਘ ਸਾਹਿਬ ਜੀ ਨੇ ਵੀ ਅੱਜ ਚੀਚੇ ਤੌਰ ਤੇ ਗੱਲ ਤੇ ਫੋਕਸ ਕੀਤਾ, ਉਹ ਸੀਗਾ ਕਿ ਸਿੱਖ ਕੌਮ ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਵੇ, ਔਰ ਜਿਹੜੇ ਮਾਨਸਿਕ ਤੌਰ ਤੇ ਧਰਮ ਗ੍ਰਹਿਣ ਕਰਕੇ ਮਨੁੱਖ ਤਕੜਾ ਹੋ ਜਾਂਦਾ, ਫਿਰ ਉਹਦਾ ਰਹਿਣ ਸਹਿਣ, ਉਹਦਾ ਕਿਰਤ ਦਾ, ਔਰ ਕਿਰਤ ਵੀ ਧਰਮ ਦੀ, ਤੇ ਫਿਰ ਸਮਾਜ ਦੇ ਵਿੱਚ ਵਿਚਰਨਾ ਆਰਥਿਕ ਤੌਰ ਤੇ ਮਜ਼ਬੂਤੀ ਵੀ ਕਰਦਾ। ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਅੱਜ ਇੱਥੇ ਆਪਾਂ ਇਸ ਸਮਾਗਮ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਆ, ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ। ਉੱਥੇ ਨਾਲ ਦੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ, ਬਾਬਾ ਠਾਰਾ ਸਿੰਘ ਜੀ ਤੇ ਜਨਰਲ ਸ਼ਵੇਕ ਸਿੰਘ ਜੀ, ਜਿਨ੍ਹਾਂ ਨੇ ਉਹ ਜਿਹੜੀਆਂ ਫੌਜਾਂ ਇੱਥੇ ਚੜ੍ਹ ਕੇ ਆਈਆਂ ਸੀਗੀਆਂ, ਉਹਨਾਂ ਦਾ ਪੁਰਾਤਨ ਮਰਿਆਦਾ ਅਨੁਸਾਰ ਤੇ ਗੁਰਮਤ ਦੀਆਂ ਲੀਹਾਂ ਅਨੁਸਾਰ ਮੁਕਾਬਲਾ ਕਰਕੇ ਸ਼ਹੀਦੀਆਂ ਪਾਈਆਂ। ਉਹਨਾਂ ਦੀ ਮਹਾਨ ਸ਼ਹੀਦੀ ਨੂੰ ਅੱਜ ਸਮੁੱਚੀ ਕੌਮ ਹਮੇਸ਼ਾ ਵਾਸਤੇ ਯਾਦ ਵੀ ਕਰੂਗੀ, ਤੇ ਅੱਜ ਵੀ ਉਸ ਯਾਦ ਦੇ ਵਿੱਚ ਸਾਰੀ ਕੌਮ ਜਿਹੜੀ ਇਕੱਤਰ ਹੋਈ ਆ। ਸੋ ਆਪਾਂ ਵੱਧ ਤੋਂ ਵੱਧ ਯਤਨ ਕਰੀਏ, ਜਿਹੜਾ ਸਿੰਘ ਸਾਹਿਬ ਨੇ ਸੁਨੇਹਾ ਦਿੱਤਾ ਸੀ ਕਿ ਧਰਮ ਨੂੰ ਗ੍ਰਹਿਣ ਕਰੀਏ। ਧਰਮ ਦੀ ਪਰਪੱਕਤਾ ਮਨੁੱਖ ਨੂੰ ਸ਼ੁੱਧ ਵੀ ਕਰਦੀ ਆ, ਧਰਮ ਦੀ ਪਰਪੱਕਤਾ ਮਨੁੱਖ ਨੂੰ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਉਣ ਦਾ ਜਿਹੜਾ ਉਹ ਢੰਗ ਵੀ ਦੱਸਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਸ਼ਾਸਤਰ, ਜਿਹੜੇ ਸ਼ਾਸਤਰ ਵਾਲੀ ਗੱਲ ਆ, ਸਾਡੇ ਸ਼ਾਸਤਰਾਂ ਦੀ ਤੁਸੀਂ ਸੁਣੇ ਹੋਣੇ ਸ਼ਾਇਦ ਗੱਲ, ਉਹਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਜਿਹੜੇ ਸਾਡੇ ਗੱਤਕੇ ਦੇ ਅਖਾੜੇ ਲਾਵਾਂਗੇ। ਇਹ ਸ਼ਾਸਤਰ ਵਿਦਿਆ ਤਾਂ ਗੁਰੂ ਸਾਹਿਬ ਨੇ ਆਦਿ ਕਾਲ ਤੋਂ ਸਾਨੂੰ ਦਿੱਤੀ ਆ। ਇਹਨੂੰ ਆਪਾਂ ਕਈ ਵਾਰ ਦੇਖੋ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮਾਗਮ ਸ਼ੁਰੂ ਆ, ਜਿਹੜੇ ਆ ਜੂਨ ਦੇ ਮਹੀਨੇ ਤੋਂ ਹੁਣ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਲਾਵਾਂਗੇ। ਤੇ ਸਿੰਘ ਸਾਹਿਬ ਨੇ ਵੀ ਇਹੋ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਆਪਾਂ ਜਿੰਨੀਆਂ ਸਿੱਖ ਜਥੇਬੰਦੀਆਂ ਮਹਾਂਪੁਰਸ਼ ਆ, ਉਹ ਵੀ ਇਕੱਤਰ ਹੋ ਕੇ, ਖਾਸ ਕਰਕੇ ਆ ਜਿਹੜਾ ਬਾਰਡਰ ਏਰੀਆ, ਇਹਦੇ ਵਿੱਚ ਇਸ ਧਰਮ ਦੀ ਲਹਿਰ ਨੂੰ ਪ੍ਰਚੰਡ ਕਰਨ। ਅੱਜ 6 ਜੂਨ ਦੇ ਸੰਬੰਧੀ ਗੋਲਡਨ ਟੈਂਪਲ ਦੇ ਅੰਦਰ ਜਿਹੜੀ ਸਾਡੀ ਸਾਰੀ ਫੋਰਸ ਜਿਹੜੀ ਆ ਸਿਵਲ ਕੱਪੜਿਆਂ ਦੇ ਵਿੱਚ ਲੱਗੀ ਹੋਈ ਆ, ਔਰ ਇਸੇ ਤਰ੍ਹਾਂ ਬਾਹਰ ਆਊਟਰ ਕਾਰਡਨ ਦੇ ਵੀ ਵਿੱਚ ਬੰਦੇ ਹੈਗੇ ਆ, ਔਰ ਅਸੀਂ ਇੱਥੇ ਸਾਰਿਆਂ ਦਾ ਪੂਰੇ ਟਾਈ ਆਪਾਂ, ਔਰ ਮਹਾਰਾਜ ਕਿਰਪਾ ਕਰਨ, ਵਧੀਆ ਡਿਊਟੀ ਹੋਊਗੀ, ਵਧੀਆ ਜਿਹੜਾ ਸਾਰਾ ਕੁਝ ਟਾਈਮ ਨਿਕਲੂਗਾ। ਔਰ ਸਾਡੀ ਫੋਰਸ ਦੀ ਜਿਹੜੀ ਸਾਰੀ ਬਰੀਫ ਆ, ਔਰ ਸਾਰੇ ਇੱਥੇ ਜਥੇਬੰਦੀਆਂ ਨਾਲ ਔਰ ਸਾਰੀ SGPC ਨਾਲ ਸਾਡਾ ਸਾਰਾ ਟਾਈ ਆਪਾਂ। ਮੈਂ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਬਾਹਰਲੀ ਸਾਡੀ ਯੂਨੀਫਾਰਮ ਪੁਲਿਸ ਆ, ਸਾਰੇ ਸ਼ਹਿਰ ਦੇ ਵਿੱਚ ਸਿਟੀ ਸੀਲਿੰਗ ਔਰ ਸ਼ਹਿਰ ਦੇ ਅੰਦਰੂਨੀ ਹਿੱਸੇ ਲੱਗੀ ਆ, ਤਾਂ ਜੋ ਕਿ ਸ਼ਹਿਰ ਦੇ ਵਿੱਚ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਆ ਕੋਈ ਕਿਸੇ ਤਰ੍ਹਾਂ ਦਾ ਆ ਕੇ ਨਾ ਟੂ ਕਰੇ, ਔਰ ਇਸ ਕਰਕੇ ਸਾਡੀ ਫੋਰਸ ਉੱਥੇ ਲੱਗੀ ਹੈ। ਇਹ ਬਿਲਕੁਲ ਨਹੀਂ ਜੀ ਇਦਾਂ ਦਾ ਹੈ। ਜੇ ਕਿਤੇ ਵੀ ਤੁਹਾਨੂੰ ਲੱਗਦਾ ਹੈ, ਮੈਂ ਆਲਰੇਡੀ ਸਾਰੇ ਜਿੰਨੇ ਵੀ ਸਾਡੇ ਚੌਂਕ ਨਾਕੇ ਉਹ ਮੇਰੇ ਨਾਲ ਟਾਈ ਅਪ ਆ, ਸਾਡੇ ਆਫੀਸਰ ਲੱਗੇ ਹੋਏ ਆ। ਜੇ ਕਿਤੇ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਦੱਸੋ, ਸਾਰੀ ਸੰਗਤ ਵਾਸਤੇ, ਸਾਰੇ ਲੋਕਾਂ ਵਾਸਤੇ ਜਿਹੜੇ ਆਉਂਦੇ ਆ, ਲੇਕਿਨ ਕੁਝ ਗੱਡੀਆਂ ਜਿਹੜੀਆਂ ਬਾਹਰ ਰੋਕਾਂਗੇ ਕਿਉਂਕਿ ਅੰਦਰ ਫਿਰ ਜ਼ਿਆਦਾ ਰਸ਼ ਪੈ ਜਾਣਾ, ਸਾਡੇ ਕੋਲ ਅੰਦਰ ਇੰਨੀ ਜਗ੍ਹਾ ਨਹੀਂ, ਜਿੰਨੀ ਸੰਗਤ ਜਾਂ ਜਥੇਬੰਦੀਆਂ ਆ ਰਹੀਆਂ ਉਹਨਾਂ ਵਾਸਤੇ ਜਿਹੜੀਆਂ ਆਪਣੀਆਂ ਗੱਡੀਆਂ ਦੀ ਪਾਰਕਿੰਗ ਕਰਕੇ ਬਾਹਰ ਫਿਰ ਆਰਾਮ ਨਾਲ ਚੱਲ ਕੇ ਆ ਸਕਦੇ ਨੇ।
ਦੇਖੋ ਮੇਰੀ ਸਾਰਿਆਂ ਨੂੰ ਅਪੀਲ ਆ ਜਿਹੜੇ ਇੱਥੇ ਗੁਰੂ ਮਹਾਰਾਜ ਦੇ ਮੱਥਾ ਟੇਕਣ ਆ ਰਹੇ ਆ ਬਗੈਰ ਕਿਸੇ ਡਰ ਭੈ ਤੇ ਆਉਣ ਮਹਾਰਾਜ ਦੇ ਆਪਣਾ ਮੱਥਾ ਟੇਕਣ ਆ ਕੇ ਔਰ ਸ਼ਹਿਰ ਦੀ ਸਾਰੀ ਸੰਗਤ ਨੂੰ ਅਪੀਲ ਆ ਪੁਲਿਸ ਦਾ ਸਹਿਯੋਗ ਦੇਣ ਔਰ ਤਾਂ ਜੋ ਕਿ ਆਪਣਾ ਅੱਜ ਦਾ ਦਿਹਾੜਾ ਜਿਹੜਾ ਆ ਉਹ ਵਧੀਆ ਖੁਸ਼ੀਆਂ ਮਨਾਇਆ ਜਾਵੇ ਔਰ ਇਹ ਜਿਹੜੇ ਆ ਤਾਂ ਮਤਲਬ ਬਾਹਰੋਂ ਜਿਹੜੇ ਲੋਕ ਆਉਣਗੇ ਉਹਨਾਂ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਨਾ ਹੋਵੇ। ਮੇਰਾ ਨਾਮ ਬਸੰਤ ਸਿੰਘ ਹੈ ਜੀ। ਅਸੀਂ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਬਾਈ ਦੀਪ ਸਿੱਧੂ ਵੱਲੋਂ ਚਲਾਈ ਗਈ ਸੀ ਤੇ ਜਿਹਦੇ ਮੁੱਖ ਸੇਵਾਦਾਰ ਭਾਈ ਅਮਰਤਪਾਲ ਸਿੰਘ ਜੀ ਉਹਦੇ ਵੱਲੋਂ ਅਸੀਂ ਆਏ ਹੋਏ ਸੀਗੇ ਤੇ ਅੱਜ ਮਾਰਚ ਦੇ ਵਿੱਚ ਹਾਂਜੀ। ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਜੀ ਤੁਹਾਨੂੰ? ਨਹੀਂ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਨਹੀਂ ਰੋਕਿਆ ਗਿਆ ਜੀ ਤੇ ਸਮਾਂ ਦੀ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ। ਇਹ ਸਾਡਾ ਆਜ਼ਾਦੀ ਮਾਰਚ ਸਾਡੇ ਤਖਤਾਂ ਤੇ ਆਉਣਾ ਸਾਡਾ ਇਹ ਹੱਕ ਆ ਤੇ ਇਸ ਕਰਕੇ ਅਸੀਂ ਆਪਦੇ ਆਜ਼ਾਦੀ ਮਾਰਚ ਨੂੰ ਲੈ ਕੇ ਆਪਦੇ ਤਖਤਾਂ ਤੇ ਆਪਦੇ ਗੁਰੂ ਸਾਹਿਬ ਨੂੰ ਆਪਦੇ ਸ਼ਹੀਦਾਂ ਨੂੰ ਨਤਮਸਤਕ ਹੋਏ ਹਾਂ ਜੀ ਆ ਕੇ ਇੱਥੇ। ਕਿਸ ਤਰ੍ਹਾਂ ਦੇਖਦੇ ਅੱਜ ਦੇ ਦਿਨ? ਹਾਂਜੀ ਅੱਜ ਦਾ ਦਿਨ ਦੇਖੋ ਜੀ ਸਿੱਖਾਂ ਵਾਸਤੇ ਕਦੇ ਵੀ ਭੁੱਲਣਯੋਗ ਦਿਨ ਨਹੀਂਗਾ। ਅਸੀਂ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹ ਦਿਨ ਮਨਾਉਂਦੇ ਆ। ਖਾਸ ਕਰਕੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਉਸ ਸਮੇਂ ਦੀ ਹਕੂਮਤ ਵੱਲੋਂ ਹਮਲਾ ਕੀਤਾ ਗਿਆ ਸੀ ਉਹ ਨਾ ਭੁੱਲਣਯੋਗ ਆ ਨਾ ਬਖਸ਼ਣਯੋਗ ਆ ਤੇ ਸਿੱਖ ਕੌਮ ਇਸ ਦਿਹਾੜੇ ਨੂੰ ਕਦੇ ਵੀ ਭੁੱਲੇਗੀ ਨਹੀਂ ਤੇ ਆਪਦੇ ਸ਼ਹੀਦਾਂ ਨੂੰ ਯਾਦ ਕਰਦੀ ਰਹੂਗੀ। ਜਿਹੜਾ ਸਿੱਖ ਹੈ ਜਿਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਨੇਤਰਾਂ ਦੇ ਵਿੱਚ ਅੰਮ੍ਰਿਤ ਹੈ, ਜਿਹਦੇ ਮੁਖ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਹੈ, ਉਹ ਰਾਜ ਦੇ ਸੰਕਲਪ ਤੋਂ ਮੁਨਕਰ ਨਹੀਂ ਹੈ ਔਰ ਨਾ ਮੁਨਕਰ ਹੋ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਖੁੱਲ੍ਹੇਆਮ ਮਾਨਸਾ ਵਰਗਾ ਖੁੱਲ੍ਹੇਆਮ ਕਹਿੰਦਾ ਹੈ ਔਰ ਸਾਡੇ ਵਰਗੇ ਦੱਬੀ ਜ਼ੁਬਾਨ 'ਚ ਕਹਿ ਦਿੰਦੇ। ਅਸੀਂ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ। ਕੌਣ ਰਾਜ ਕਰੂਗਾ? ਖਾਲਸਾ ਰਾਜ ਕਰੂਗਾ। ਤੇ ਜੇ ਅਸੀਂ ਰਾਜ ਕਰਨਾ ਹੈ, ਰਾਜ ਲੈਣਾ ਤੇ ਸਾਨੂੰ ਖਾਲਸਾ ਬਣਨਾ ਪਏਗਾ। ਅੱਜ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਨੇ ਉਹ ਖੜੀਆਂ ਨੇ, ਜਿਹੜੀਆਂ ਸਾਨੂੰ ਕਮਜ਼ੋਰ ਕਰ ਰਹੀਆਂ ਨੇ ਧਾਰਮਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਔਰ ਆਰਥਿਕ ਤੌਰ ਦੇ ਉੱਤੇ। ਸਾਨੂੰ ਧਾਰਮਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਵਾਸਤੇ ਪੰਜਾਬ ਦੀ ਇਸ ਧਰਤੀ ਦੇ ਉੱਤੇ ਈਸਾਈਅਤ ਦਾ ਪ੍ਰਚਾਰ ਜਿਹੜਾ ਹੈ ਬੜੇ ਜ਼ੋਰ ਸ਼ੋਰ ਦੇ ਨਾਲ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਪਿੰਡ-ਪਿੰਡ ਚਰਚਾਂ ਬਣ ਰਹੀਆਂ ਔਰ ਮਸੀਤਾਂ ਬਣ ਰਹੀਆਂ। ਇਹ ਸਾਡੇ ਵਾਸਤੇ ਚਿੰਤਾ ਵਾਲੀ ਗੱਲ ਹੈ, ਸਾਡੇ ਵਾਸਤੇ ਫਿਕਰ ਵਾਲੀ ਗੱਲ ਹੈ। ਮੈਂ ਸਾਰੇ ਮਹਾਂਪੁਰਖਾਂ ਨੂੰ, ਜਿੰਨੇ ਵੀ ਸਿੱਖ ਧਰਮ ਨਾਲ ਸੰਬੰਧਿਤ ਮਹਾਂਪੁਰਖ ਹੈ ਜਿਹੜੇ ਪ੍ਰਚਾਰ ਦੀ ਸੇਵਾ ਕਰਦੇ ਰਹੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਫੇਰ ਨਿਕਲੋ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਜਿਵੇਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਜਿਵੇਂ ਮਹਾਂਪੁਰਖ ਸੰਤ ਬਾਬਾ ਆਦਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਇਹਨਾਂ ਨੇ ਬਹੀਰਾਂ ਘੱਟ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਤੇ ਸਿੱਖੀ ਬੁਲੰਦ ਕੀਤੀ ਸੀ। ਅੱਜ ਵੀ ਮੈਂ ਇਹਨਾਂ ਮਹਾਂਪੁਰਖਾਂ ਨੂੰ ਅਪੀਲ ਕਰੂੰਗਾ ਕਿ ਪਿੰਡਾਂ ਦੇ ਵਿੱਚ ਜਾ ਕੇ, ਖਾਸ ਤੌਰ ਤੇ ਬਾਰਡਰ ਏਰੀਏ ਦੇ ਪਿੰਡਾਂ ਦੇ ਵਿੱਚ ਜਾ ਕੇ ਸਿੱਖੀ ਨੂੰ ਮਜ਼ਬੂਤ ਕਰੋ। ਹੁਣ ਏਸੀ ਕਮਰਿਆਂ ਚੋਂ ਬਾਹਰ ਨਿਕਲਣ ਦਾ ਸਮਾਂ ਆ ਗਿਆ ਹੈ, ਪਿੰਡਾਂ ਦੇ ਵਿੱਚ ਜਾਣ ਦਾ ਸਮਾਂ ਆ ਗਿਆ ਹੈ, ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਦਾ ਸਮਾਂ ਆ ਗਿਆ। ਕਿਉਂਕਿ ਜੇ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਨਾ ਹੋਵਾਂਗੇ, ਅਸੀਂ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ। ਅਸੀਂ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ, ਅਸੀਂ ਸਮਾਜਿਕ ਤੌਰ ਤੇ ਮਜ਼ਬੂਤ ਨਹੀਂ ਹੋਵਾਂਗੇ। ਤੇ ਜੇ ਅਸੀਂ ਧਾਰਮਿਕ ਤੌਰ ਤੇ ਕਮਜ਼ੋਰ ਹੋ ਗਏ, ਸਮਾਜਿਕ ਤੌਰ ਤੇ ਕਮਜ਼ੋਰ ਹੋ ਗਏ, ਆਰਥਿਕ ਤੌਰ ਤੇ ਕਮਜ਼ੋਰ ਹੋ ਗਏ, ਰਾਜਨੀਤਿਕ ਕਮਜ਼ੋਰੀ ਨੂੰ ਕੋਈ ਰੋਕ ਹੀ ਨਹੀਂ ਸਕਦਾ ਹੈ। ਰਾਜਨੀਤਿਕ ਕਮਜ਼ੋਰੀ ਆਏਗੀ ਹੀ ਆਏਗੀ ਔਰ ਅਸੀਂ ਉਹਨਾਂ ਰਾਜ ਤੋਂ ਦੂਰ ਹੋਵਾਂਗੇ ਜਿੰਨਾ ਧਾਰਮਿਕ ਤੌਰ ਤੇ ਕਮਜ਼ੋਰ ਹੋਵਾਂਗੇ। ਸਾਨੂੰ ਧਾਰਮਿਕ ਤੌਰ ਤੇ ਮਜ਼ਬੂਤ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ। ਸਾਡਾ ਨੌਜਵਾਨ ਨਸ਼ਿਆਂ 'ਚ ਗ੍ਰਿਫਤ ਹੋ ਰਿਹਾ ਹੈ, ਨੌਜਵਾਨ